Good morning, students. Myself is Simrandeep Singh, and I'm working as a mathematics teacher in Government Smart High School, Nankala, District Patiala. So, बेटा आज ਅਸੀਂ ਕਰਾਂਗੇ क्लास 9th ਦਾ ਚੈਪਟਰ ਪ੍ਰੋਬੇਬਿਲਿਟੀ ਸੰਭਾਵਨਾ ਉਸੇ ਵਰਕਸ਼ੀਟ ਵਾਲੇ ਕੁਐਸਚਨ ਜੋ ਸਾਨੂੰ ਲਾਸਟ ਈਅਰ ਆਏ ਸੀ। ਵਰਕਸ਼ੀਟ ਕਿਉਂ ਇੰਪੋਰਟੈਂਟ ਹੁੰਦੀ ਹੈ? ਬੇਸਿਕਲੀ ਵਰਕਸ਼ੀਟ ਦੇ ਵਿੱਚ ਸਾਨੂੰ ਡਿਫਰੈਂਟ ਟਾਈਪਸ ਦੇ ਕੁਐਸਚਨਸ ਪਾਏ ਜਾਂਦੇ ਆ। ਉਹਦੇ ਵਿੱਚ ਫਿਲ ਇਨ ਦ ਬਲੈਂਕਸ ਵੀ ਹੋ ਸਕਦੇ ਆ, ਉਹਦੇ ਵਿੱਚ ਟਰੂ ਫਾਲਸ ਵੀ ਹੋ ਸਕਦੇ ਆ, ਉਹਦੇ ਵਿੱਚ ਮੈਚ ਦ ਕੋਲਮ ਵੀ ਹੋ ਸਕਦੇ ਆ, ਉਹਦੇ ਵਿੱਚ ਆਪਸ਼ਨ ਜਾਂ ਚੋਇਸਿਸ ਵਾਲੇ ਕੁਐਸਚਨ ਵੀ ਹੋ ਸਕਦੇ ਆ। ਸੋ ਜਦੋਂ ਅਸੀਂ ਇਹ ਸਾਰੇ ਕੁਐਸਚਨਸ ਡਿਫਰੈਂਟ ਟਾਈਪਸ ਦੇ ਅਟੈਂਪਟ ਕਰਦੇ ਆ ਤਾਂ ਸਾਡੇ ਬੇਸਿਕਸ ਜਿਹੜੇ ਹੈਗੇ ਆ ਉਸ ਟੌਪਿਕ ਦੇ ਉਹ ਪ੍ਰੋਪਰ ਕਲੀਅਰ ਹੋ ਜਾਂਦੇ ਨੇ, ਉਹ ਸਾਡੇ ਮਾਈਂਡ ਦੇ ਵਿੱਚ ਉਹ ਟੌਪਿਕ ਚੰਗੀ ਤਰ੍ਹਾਂ ਬੈਠ ਜਾਂਦਾ। ਸੋ ਅੱਜ ਅਸੀਂ ਵਰਕਸ਼ੀਟ ਤੇ ਕੁਐਸਚਨਸ ਕਰਾਂਗੇ। ਕੁਐਸਚਨ ਨੰਬਰ 1 ਤੋਂ ਅਸੀਂ ਸਟਾਰਟ ਕਰਦੇ ਹਾਂ, ਜੋ ਲਾਸਟ ਟਾਈਮ ਵਰਕਸ਼ੀਟ ਦੇ ਵਿੱਚ ਆਇਆ ਸੀ। ਕੁਐਸਚਨ ਕੀ ਸੀ? ਸੰਭਾਵੀ ਪਰਿਣਾਮ ਸਿੱਕੇ ਨੂੰ ਉਛਾਲਣ ਤੇ ਡੈਸ਼ ਅਤੇ ਡੈਸ਼ ਮਿਲਦੇ ਹਨ। ਦੇਖੋ ਕੁਐਸਚਨ ਹੈ ਸੰਭਾਵੀ ਪਰਿਣਾਮ ਸਿੱਕੇ ਨੂੰ ਉਛਾਲਣ ਤੇ ਡੈਸ਼ ਅਤੇ ਡੈਸ਼ ਮਿਲਦੇ ਹਨ। ਤਾਂ ਜਦੋਂ ਅਸੀਂ ਸਿੱਕੇ ਨੂੰ ਉਛਾਲਦੇ ਹਾਂ ਤਾਂ ਸੰਭਾਵੀ ਪਰਿਣਾਮ ਆਪਾਂ ਨੂੰ ਕਿਹੜੇ-ਕਿਹੜੇ ਮਿਲਦੇ ਆ? ਸਾਨੂੰ ਪਤਾ ਹੈ ਕਿ ਜਦੋਂ ਅਸੀਂ ਸਿੱਕੇ ਨੂੰ ਉਛਾਲਦੇ ਹਾਂ ਤਾਂ ਸਾਡੇ ਕੋਲ ਆਈਦਰ ਹੈਡ ਆਉਂਦਾ ਹੈ ਜਾਂ ਫਿਰ ਟੇਲ ਆਉਂਦਾ ਹੈ। ਤਾਂ ਸੰਭਾਵੀ ਪਰਿਣਾਮ ਕਿਹੜੇ-ਕਿਹੜੇ ਹੋ ਸਕਦੇ ਆ? ਅਸੀਂ ਹੈਡ, ਇੰਗਲਿਸ਼ ਵਾਲੇ ਹੈਡ ਅਤੇ ਟੇਲ ਲਿਖਣਗੇ ਤੇ ਪੰਜਾਬੀ ਵਾਲੇ ਵੀ ਲਿਖਣਗੇ ਚਿੱਤ ਅਤੇ ਪੱਟ। ਸੋ ਸਿੱਕੇ ਨੂੰ ਉਛਾਲਣ ਤੇ ਸੰਭਾਵੀ ਪਰਿਣਾਮ ਕਿਹੜੇ-ਕਿਹੜੇ ਮਿਲਦੇ? ਚਿੱਤ ਅਤੇ ਪੱਟ ਦੇ ਹਨ। ਸੈਕਿੰਡ ਕੁਐਸਚਨ ਅੱਜ ਦਾ ਕੁਐਸਚਨ ਹੈ ਪਾਸੇ ਨੂੰ ਸੁੱਟਣ ਤੇ ਸੰਭਾਵੀ ਪਰਿਣਾਮ। ਕੁਐਸਚਨ ਨੰਬਰ 2, ਪਾਸੇ ਨੂੰ ਸੁੱਟਣ ਤੇ ਸੰਭਾਵੀ ਪਰਿਣਾਮ ਡੈਸ਼ 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 ਆਉਂਦੇ ਹਨ। ਜਦੋਂ ਅਸੀਂ ਇੱਕ ਪਾਸੇ ਨੂੰ ਸੁੱਟਦੇ ਹਾਂ ਤਾਂ ਸਾਡੇ ਕੋਲੇ ਕਿਹੜੇ-ਕਿਹੜੇ ਸੰਭਾਵੀ ਪਰਿਣਾਮ ਆਉਂਦੇ ਹਨ? ਤਾਂ ਪਾਸੇ ਉੱਪਰ ਸਾਨੂੰ ਪਤਾ ਹੈ ਕਿਹੜੇ-ਕਿਹੜੇ ਨੰਬਰ ਲਿਖੇ ਹੁੰਦੇ ਨੇ, 1 2 3 4 5 ਤੇ 6 ਲਿਖੇ ਹੁੰਦੇ ਆ। ਤਾਂ ਪਾਸੇ ਨੂੰ ਸੁੱਟਣ ਤੇ ਉੱਪਰ ਜਾਂ ਤਾਂ 1 ਆ ਸਕਦਾ, ਜਾਂ 2 ਆ ਸਕਦਾ, ਜਾਂ 3 ਆ ਸਕਦਾ, ਜਾਂ 4 ਆ ਸਕਦਾ, ਜਾਂ 5 ਆ ਸਕਦਾ, ਜਾਂ 6 ਆ ਸਕਦਾ। ਇਹ ਸਾਰੇ ਕੀ ਨੇ? ਸੰਭਾਵੀ ਪਰਿਣਾਮ ਹੈ। ਸੋ ਸਾਡੇ ਕੋਲ ਆਪਸ਼ਨ ਅਸੀਂ ਕੀ ਭਰਤਾ? 1 2 3 4 5 6। ਪਾਸੇ ਨੂੰ ਸੁੱਟਣ ਤੇ ਸੰਭਾਵੀ ਪਰਿਣਾਮ ਕਿਹੜੇ-ਕਿਹੜੇ ਹੁੰਦੇ ਨੇ? 1 ਵੀ ਆ ਸਕਦਾ, 2 ਵੀ ਆ ਸਕਦਾ, 3 ਵੀ ਆ ਸਕਦਾ, 4 ਵੀ ਆ ਸਕਦਾ, 5 ਵੀ ਆ ਸਕਦਾ ਤੇ 6 ਵੀ ਆ ਸਕਦਾ ਹੈ। ਸੋ ਇਹ ਸਾਡਾ ਕੁਐਸਚਨ ਨੰਬਰ 2 ਹੋ ਗਿਆ। ਕੁਐਸਚਨ ਨੰਬਰ 3 ਅੱਜ ਦਾ ਵਰਕਸ਼ੀਟ ਦਾ, ਸੰਭਾਵਨਾ ਹਮੇਸ਼ਾ ਡੈਸ਼ ਅਤੇ ਡੈਸ਼ ਵਿਚਕਾਰ ਰਹਿੰਦੀ ਹੈ। ਸੰਭਾਵਨਾ ਹਮੇਸ਼ਾ ਡੈਸ਼ ਅਤੇ ਡੈਸ਼ ਵਿਚਕਾਰ ਰਹਿੰਦੀ ਹੈ। ਇਹ ਆਪਾਂ ਪਹਿਲਾਂ ਕਰ ਚੁੱਕੇ ਹਾਂ। ਸੰਭਾਵਨਾ ਹਮੇਸ਼ਾ ਕਿਹਦੇ ਅਤੇ ਕਿਹਦੇ ਵਿਚਕਾਰ ਰਹਿੰਦੀ ਹੈ? ਤੁਹਾਨੂੰ ਮੈਂ ਦੱਸਿਆ ਸੀ ਕਿ ਸੰਭਾਵਨਾ ਕਦੇ ਵੀ 0 ਤੋਂ ਘੱਟ ਨਹੀਂ ਹੁੰਦੀ ਅਤੇ ਸੰਭਾਵਨਾ ਕਦੇ ਵੀ 1 ਤੋਂ ਵੱਧ ਨਹੀਂ ਹੁੰਦੀ। ਤਾਂ ਸੰਭਾਵਨਾ ਹਮੇਸ਼ਾ 0 ਤੋਂ 1 ਦੇ ਵਿਚਕਾਰ ਲਾਈ ਕਰਦੀ ਹੈ। 0 ਕਿਹਦੀ ਸੰਭਾਵਨਾ ਹੁੰਦੀ ਹੈ? ਅਨਿਸ਼ਚਿਤ ਘਟਨਾ ਦੀ, ਔਰ 1 ਕਿਹਦੀ ਸੰਭਾਵਨਾ ਹੁੰਦੀ ਹੈ? ਨਿਸ਼ਚਿਤ ਘਟਨਾ ਦੀ। ਤਾਂ ਸੰਭਾਵਨਾ ਹਮੇਸ਼ਾ 0 ਤੋਂ 1 ਦੇ ਵਿਚਕਾਰ ਰਹਿੰਦੀ ਹੈ। ਸੋ ਬੜਾ ਸਿੰਪਲ ਕੁਐਸਚਨ ਸੀ। ਸੰਭਾਵਨਾ ਹਮੇਸ਼ਾ 0 ਅਤੇ 1 ਵਿਚਕਾਰ ਰਹਿੰਦੀ ਹੈ। ਅਸੀਂ ਆਨਸਰ ਫਿਲ ਕਰਤਾ। ਇਸ ਤੋਂ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ। ਕੁਐਸਚਨ ਨੰਬਰ 4, ਪਾਸੇ ਨੂੰ ਸੁੱਟਣ ਤੇ 7 ਆਉਣ ਦੀ ਸੰਭਾਵਨਾ ਡੈਸ਼ ਹੁੰਦੀ ਹੈ। ਕੁਐਸਚਨ ਨੰਬਰ 4, ਪਾਸੇ ਨੂੰ ਸੁੱਟਣ ਤੇ 7 ਆਉਣ ਦੀ ਸੰਭਾਵਨਾ ਡੈਸ਼ ਹੁੰਦੀ
है। की हुंदी है जी, सानू पता है संभावना किदे बराबर हुंदी है, अनुकूल परिणामां दी संख्या, अनुकूल परिणामां दी संख्या बटा कुल संभावी परिणामां दी संख्या। यह फॉर्मूला सानू सारे नू पता है। ਤਾਂ ਪਾਸੇ ਨੂੰ ਸੁੱਟਣ ਤੇ 7 ਆਉਣ ਦੀ ਸੰਭਾਵਨਾ, ਜਦੋਂ ਅਸੀਂ ਪਾਸੇ ਨੂੰ ਸੁੱਟਦੇ ਹਾਂ, ਅਸੀਂ ਲਾਸਟ ਕੁਐਸਚਨ 'ਚ ਵੀ ਕੀਤਾ ਸੀ, ਕੀ ਆਉਂਦਾ ਹੈ, 1 ਆ ਸਕਦਾ ਹੈ, 2 ਆ ਸਕਦਾ ਹੈ, 3 ਆ ਸਕਦਾ ਹੈ, 4 ਆ ਸਕਦਾ ਹੈ, 5 ਆ ਸਕਦਾ ਹੈ ਤੇ 6 ਆ ਸਕਦਾ ਹੈ। ਕੀ 7 ਆ ਸਕਦਾ ਹੈ? 7 ਹੁੰਦਾ ਹੀ ਨਹੀਂ ਤਾਂ ਆਏਗਾ ਕਿਵੇਂ? ਤਾਂ ਅਨੁਕੂਲ परिणाम ਕਿੰਨੇ ਹੈ? 0 ਬਟਾ ਕੁੱਲ परिणाम 6, ਕੁੱਲ परिणामां ਦੀ ਸੰਖਿਆ, ਕੁੱਲ ਸੰਭਾਵੀ परिणाम ਦੀ संख्या 6 ਹੈ, ਤਾਂ 0 ਬਟਾ 6, 0 ਨੂੰ 6 ਨਾਲ ਭਾਗ ਕਰੋ, ਆਨਸਰ ਕੀ ਆਏਗਾ? 0 0 ਹੁੰਦੀ ਹੈ। ਪਾਸੇ ਨੂੰ ਸੁੱਟਣ ਤੇ 7 ਆਉਣ ਦੀ ਸੰਭਾਵਨਾ 0 ਹੁੰਦੀ ਹੈ, ਕਿਉਂਕਿ ਇਹ ਇੱਕ ਅਨਿਸ਼ਚਿਤ ਘਟਨਾ ਹੈ, ਇਹ ਵਾਪਰ ਹੀ ਨਹੀਂ ਸਕਦੀ ਜਾਂ ਇਹ ਘਟਨਾ ਹੋ ਹੀ ਨਹੀਂ ਸਕਦੀ। ਸੋ ਪਾਸੇ ਨੂੰ ਸੁੱਟਣ ਤੇ 7 ਆਉਣ ਦੀ ਸੰਭਾਵਨਾ ਕਿਹਦੇ ਬਰਾਬਰ ਹੁੰਦੀ ਹੈ? 0 ਦੇ ਬਰਾਬਰ ਹੁੰਦੀ ਹੈ। ਕੁਐਸਚਨ ਨੰਬਰ 5, ਸਿੱਕੇ ਨੂੰ 1000 ਵਾਰ उछालन ते, एक सिक्के ਨੂੰ ਅਸੀਂ 1000 ਵਾਰ ਉਛਾਲਿਆ, ਜੇਕਰ 455 ਵਾਰ ਚਿੱਤ, ਜੇਕਰ 455 ਵਾਰ ਚਿੱਤ ਅਤੇ 545 ਵਾਰ ਪਟ ਆਉਂਦਾ ਹੈ ਅਤੇ 545 ਵਾਰ पट आउंदा है, तब पट आउण दी संभावना पता करो। तां पट आउण दी संभावना पता करो। देखो, एक सिक्के नूं असी 1000 वार उछालिया, जेकर 455 वारी चित आया, मतलब 455 वारी हेड आया और 545 वारी टेल आया, तो कहता फाइंड करो कि पट आउण दी संभावना की है। पट आउण दी संभावना किस दे बराबर हुंदी है? सानू पता है संभावना बराबर है अनुकूल परिणामां दी संख्या बटा कुल संभावी परिणामां दी संख्या। तो अनुकूल परिणाम इस केस च अनुकूल परिणाम कितने ने? पट कितनी बारी आया? 545 वार पट आया, तो अनुकूल परिणाम है 545 बटा कुल परिणाम कितने? 1000 वार उछालिया गया सी सिक्का, तो 545 बटा 1000। ਅਸੀਂ ਇਸ ਕੁਐਸਚਨ ਨੂੰ ਇੱਥੇ ਵੀ ਛੱਡ ਸਕਦੇ ਹਾਂ 545 ਬਟਾ 1000 ਤੇ ਵੀ, ਬਟ ਜੇਕਰ ਕਟਿੰਗ ਹੁੰਦੀ ਹੈ ਤਾਂ ਸਾਨੂੰ ਕਟਿੰਗ ਕਰਕੇ ਇਸ ਨੂੰ ਅੱਗੇ ਲਿਜਾਣਾ ਪਏਗਾ। ਤਾਂ 545 ਨੂੰ ਜਦੋਂ ਮੈਂ 1000 ਵਾਰ ਨਾਲ ਡਿਵਾਈਡ ਕਰਦਾ ਤਾਂ ਇਹ 5 ਤੇ ਗਿਆ, 5 ਏਕਮ 5, 109 बटा 1000 ਨੂੰ मैं 5 ਤੇ ਡਿਵਾਈਡ ਕਰੂੰਗਾ, ਇਹ ਆਏਗਾ 200। ਤਾਂ ਸਾਡੇ ਕੋਲ ਆਨਸਰ ਕੀ ਆਇਆ? 109 बटा 200। ਤਾਂ ਸੰਭਾਵਨਾ ਬਰਾਬਰ ਆ ਗਈ ਪਟ ਆਉਣ ਦੀ ਕਿਸ ਦੇ ਬਰਾਬਰ? 109 बटा 200 ਦੇ ਬਰਾਬਰ। ਇਸ ਤੋਂ ਨੈਕਸਟ ਅਸੀਂ ਕਰਦੇ ਹਾਂ ਕੁਐਸਚਨ ਨੰਬਰ 6। क्वेश्चन नंबर 6, संभावना कदे भी डैश तो बड़ी नहीं हो सकती। फिर फिल इन द ब्लैंक्स वाला क्वेश्चन है, संभावना कदे भी डैश तो बड़ी नहीं हो सकती। संभावना कदे भी डैश तो बड़ी नहीं हो सकती। किस तो वड्डी नहीं हो सकती? सानू पता है संभावना 0 तो 1 दे विचकार लाई करती है, तो संभावना 0 तो छोटी नहीं हो सकती और 1 तो वड्डी नहीं हो सकती। तो ਅਸੀਂ ਇਹਨੇ ਕੀ ਪੁੱਛਿਆ? किस तो वड्डी नहीं हो सकती? 1 तो वड्डी नहीं हो सकती। तो आंसर ਅਸੀਂ ਲਿਖਾਂਗੇ संभावना कदे भी 1 तो वड्डी नहीं हो सकती। ਇਸ ਤੋਂ ਨੈਕਸਟ ਉਹਨੇ ਪੁੱਛਿਆ ਹੈ ਕੁਐਸਚਨ ਨੰਬਰ 7 ਦੇ ਵਿੱਚ कि संभावना कदे भी डैश तो छोटी नहीं हो सकती। संभावना कदे भी डैश तो छोटी नहीं
हो सकती, किस तो छोटी नहीं हो सकती संभावना? संभावना कदे भी 0 तो छोटी नहीं हो सकती, क्योंकि ये हमेशा 0 ਦੇ ਅਤੇ 1 ਦੇ ਵਿਚਕਾਰ ਰਹਿੰਦੀ ਹੈ। ਨਾ ਤਾਂ ਇਹ 0 ਤੋਂ ਛੋਟੀ ਹੋਵੇ ਔਰ ਨਾ ਹੀ ਇਹ 1 ਤੋਂ ਵੱਡੀ ਹੋਵੇ। ਸੋ ਇਹ ਕੁਐਸਚਨ ਆਈ ਥਿੰਕ ਤੁਹਾਨੂੰ ਕਲੀਅਰ ਹੋਏਗਾ। ਨੈਕਸਟ ਅਸੀਂ ਇਸ ਤੋਂ ਨੈਕਸਟ ਕੁਐਸਚਨ ਕਰਦੇ ਹਾਂ, ਕੁਐਸਚਨ ਨੰਬਰ 8। ਉਸ ਕੀ ਦਿੱਤਾ ਹੋਇਆ ਹੈ, ਇੱਕ ਪਾਸੇ ਨੂੰ 1000 ਵਾਰ ਉਛਾਲਣ ਤੇ ਪ੍ਰਾਪਤ परिणाम 1 2 3 4। ਦੇਖੋ ਜੋ ਅਸੀਂ ਪਾਸਾ ਉਛਾਲਦੇ ਆ ਸਾਡੇ ਕੋਲੇ 6 परिणाम ਆਉਂਦੇ ਆ, 1 2 3 4 5 ਤੇ 6। ਕਹਿੰਦਾ ਇੱਕ ਪਾਸੇ ਨੂੰ 1000 ਵਾਰ ਉਛਾਲਿਆ ਗਿਆ ਤੇ ਜਿਹੜੇ परिणाम ਆਏ ਉਹਨਾਂ ਦੀ ਇੱਕ ਬਾਰੰਬਾਰਤਾ ਸਾਰਣੀ ਤਿਆਰ ਕਰ ਦਿੱਤੀ ਗਈ। ਉਹ ਕੁਝ ਇਸ ਟਾਈਪ ਦੀ ਹੈ, ਇਸ ਟਾਈਪ ਦੀ ਹੈ। ਇਹ ਸਾਨੂੰ ਵਰਕਸ਼ੀਟ ਦੇ ਵਿੱਚ ਗਿਵਨ ਹੈ। परिणाम ਤੇ ਬਾਰੰਬਾਰਤਾ। परिणाम ਤੇ ਬਾਰੰਬਾਰਤਾ। परिणाम ਕਿਹੜੇ ਕਿਹੜੇ ਆਉਂਦੇ? 1 ਆਉਂਦਾ ਹੈ ਪਾਸੇ ਨੂੰ ਛਾਲਣ ਤੇ, 2 ਆਉਂਦਾ ਹੈ, 3 4 5 6। ਬਾਰੰਬਾਰਤਾ ਦੇ ਵਿੱਚ 179 150 157 149 175 ਤੇ 190। ਇਹ ਸਾਡੇ ਕੋਲ ਕੀ ਆਈ? ਬਾਰੰਬਾਰਤਾ। मतलब ਕੀ ਕਹਿ ਰਿਹਾ ਹੈ ਕਿ 1000 ਵਾਰ ਪਾਸੇ ਨੂੰ ਉਛਾਲਿਆ ਗਿਆ। ਟੋਟਲ ਦਿੱਤਾ ਸਾਨੂੰ ਪਹਿਲਾਂ ਉਹਨੇ ਕਿ 1000 ਵਾਰ ਪਾਸੇ ਨੂੰ ਉਛਾਲਿਆ ਤਾਂ 179 ਵਾਰੀ ਉੱਪਰ 1 ਆਇਆ, 150 ਵਾਰੀ ਉੱਪਰ 2 ਆਇਆ, 157 ਵਾਰੀ 3 ਆਇਆ, 149 ਵਾਰੀ 4 ਆਇਆ, 175 ਵਾਰੀ 5 ਆਇਆ ਤੇ 190 ਵਾਰੀ 6 ਆਇਆ। ਹਰੇਕ परिणाम ਦੇ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ। ਕੀ ਕਹਿ ਰਿਹਾ? ਹਰੇਕ परिणाम ਦੇ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ। ਬੜਾ ਸਿੰਪਲ ਕੁਐਸਚਨ। ਹਰੇਕ परिणाम ਦੇ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਇਸ ਦਾ ਸੋਲੂਸ਼ਨ ਜਦੋਂ ਅਸੀਂ ਕਰਨਾ ਹੈ ਤਾਂ ਅਸੀਂ ਲਿਖਾਂਗੇ ਸੰਭਾਵਨਾ ਕਿਸ ਦੀ? ਕਿਸ ਦੀ? ਹਰੇਕ परिणाम ਦੀ ਪੁੱਛੀਏ, ਅਸੀਂ ਇੱਕ ਇੱਕ ਕਰਕੇ ਹਰੇਕ ਦੀ ਸੰਭਾਵਨਾ ਲਿਖਾਂਗੇ। ਸੰਭਾਵਨਾ ਦਾ ਫਾਰਮੂਲਾ ਹੁੰਦਾ ਹੈ, ਸੰਭਾਵਨਾ ਕਿਸੇ ਵੀ ਇਵੈਂਟ ਦੀ ਬਰਾਬਰ ਹੁੰਦੀ ਹੈ ਅਨੁਕੂਲ परिणामां ਦੀ ਸੰਖਿਆ। ਇਹ ਫਾਰਮੂਲਾ ਇੱਕ ਵਾਰ ਲਿਖ ਦੇਣਾ, ਹਰੇਕ ਚ ਅਸੀਂ ਇਸ ਦੀ ਹੈਲਪ ਲੈ ਲਾਂਗੇ, ਬਟਾ ਕੁੱਲ ਸੰਭਾਵਿਤ परिणामां ਦੀ ਸੰਖਿਆ। ਸੰਭਾਵਨਾ ਬਰਾਬਰ ਹੈ ਅਨੁਕੂਲ परिणामां ਦੀ ਸੰਖਿਆ ਬਟਾ ਕੁੱਲ ਸੰਭਾਵਿਤ परिणामां ਦੀ ਸੰਖਿਆ। ਹੁਣ ਉਸਤੇ ਕੀ ਕਿਹਾ? ਸੰਭਾਵਨਾ ਕੱਲੇ ਕੱਲੇ ਦੀ ਪਤਾ ਕਰਨੀ ਹੈ। ਤਾਂ ਸੰਭਾਵਨਾ ਕਾਦੀ? ਕਿਹੜਾ ਇਵੈਂਟ? ਇੱਕ ਆਉਣ ਦੀ, ਇੱਕ ਆਉਣ ਦੀ, ਇੱਕ ਆਉਣ ਦੀ ਸੰਭਾਵਨਾ। ਇੱਕ ਕਿੰਨੀ ਵਾਰੀ ਆਏ? 179 ਵਾਰੀ। ਤਾਂ ਅਨੁਕੂਲ परिणाम ਹੋ ਗਏ 179 ਅਪੋਨ ਕੁੱਲ परिणाम ਕਿੰਨੇ ਹੋ ਗਏ? 1000, ਕਿਉਂਕਿ 1000 ਵਾਰ ਉਛਾਲਿਆ ਗਿਆ ਸੀ। ਤਾਂ ਅਸੀਂ ਲਿਖਾਂਗੇ 179 ਅਨੁਕੂਲ परिणाम ਹੈ ਬਟਾ 1000 ਜੋ ਕਿ ਹੈ ਕੁੱਲ परिणाम। ਸੋ 51 ਦੀ ਸੰਭਾਵਨਾ ਹੋਗੀ 179 ਬਟਾ 1000। ਐਵੇਂ ਹੀ ਸੰਭਾਵਨਾ 2 ਆਉਣ ਦੀ, ਹੁਣ ਮੈਂ ਇੱਥੇ 2 ਕਰ ਦੇਣਾ। 2 ਆਉਣ ਦੀ ਸੰਭਾਵਨਾ ਕੀ ਹੈ? ਅਨੁਕੂਲ परिणाम ਬਟਾ ਕੁੱਲ परिणाम। 2 ਦੇ ਵਿੱਚ ਅਨੁਕੂਲ परिणाम ਕਿੰਨੇ ਹੈ? 150 ਬਟਾ ਕੁੱਲ परिणाम ਕਿੰਨੇ ਹੈ? 1000। ਕਟਿੰਗ ਕਰਦੇ ਆ 0 ਦੇ ਨਾਲ, 0 ਦੀ ਕਟਿੰਗ ਹੋ ਗਈ। 5 ਤੇ ਡਿਵਾਈਡ ਕੀਤਾ 15 ਨੂੰ, ਇਹ ਆਇਆ 3। 100 ਨੂੰ 5 ਤੇ ਡਿਵਾਈਡ ਕੀਤਾ, ਇਹ ਆਇਆ 20। ਤਾਂ ਆਨਸਰ ਕੀ ਆ ਗਿਆ? 3 ਬਟਾ 20। ਤਾਂ 2 ਆਉਣ ਦੀ ਸੰਭਾਵਨਾ ਬਰਾਬਰ ਹੋਗੀ 3 ਬਟਾ 20 ਕਿ ਜੇਕਰ ਪਾਸੇ ਨੂੰ ਤੁਸੀਂ 20 ਵਾਰੀ ਉਛਾਲੋਗੇ ਤਾਂ 3 ਵਾਰੀ 2 ਆ ਜਾਏਗਾ। ਇਹ ਸੰਭਾਵਨਾ ਬਣ ਗਈ। ਇਸੇ ਤਰ੍ਹਾਂ 3 ਆਉਣ ਦੀ ਸੰਭਾਵਨਾ, 3 ਆਉਣ ਦੀ ਸੰਭਾਵਨਾ ਉਹ ਕਿਹਦੇ ਬਰਾਬਰ ਹੈ? ਅਨੁਕੂਲ परिणाम 3 ਚ ਕਿੰਨੇ ਹੈ? 157
बटा कुल परिणाम किन्ने 1000। तो संभावना 3 आउण दी बराबर है 157 बटा 1000। एंड इसी तरह 4 आउण दी संभावना, ये तुसी पेपर च कला कला लिखना है। मैं तो जस्ट बोर्ड दी स्पेस घट होने करके सिर्फ समझाने लई, सो दैट अपना टाइम बच जाए। एक एक इत्थे लिखी जा रहा है। संभावना 4 आउण दी, 4 कितनी बारी आए 149, अनुकूल परिणाम हो गए 149 बटा कुल परिणाम कितने 1000। तो 4 आउण की संभावना बन गई 149 बटा 1000। इसी तरह 5 आउण की संभावना, हूँ मैं इतने 4 की थां ते की कर दूंगा 5 कर दूंगा। 5 की संभावना की बनेगी अनुकूल परिणाम। अनुकूल परिणाम की है 5 दे 175, 5 175 बारी आए बटा कुल परिणाम कितने है 1000। दोनों 5 ते डिविजिबल है। इथे फर्स्ट प्लेस ते यूनिट प्लेस से 5 है, इथे 0 है। तो इन्हें 5 ते भाग करूंगा, 5 तिया 15, 5 5 25, तो 35 बटा 1000 में 5 ते डिवाइड किया, ये आया 200। तो 35 फिर दोबारा 5 ते डिवाइड हो जाएगा, ये आएगा 7, ये आएगा 40। तो आंसर आ गया 7 बटा 40। तो संभावना 5 आउण की कितनी है 7 बटा 40। इसी तरह संभावना 6 आउण की, 6 आउण की संभावना की है 6 के अनुकूल परिणाम कितने 190 बटा कुल परिणाम कितने 1000। तो 190 बटा 1000, 0 नाल 0 की कटिंग होगी, तो ये आया 19 बटा 100। सो 6 आउण की संभावना बनी साडे कोले 19 बटा 100। सो इस तरह असी कल्ले कल्ले दी 1 दी 2 दी 3 दी 4 दी 5 दी अते 6 आउण दी कल्ले कल्ले दी संभावना पता करके इत्थे असी अपने आंसर दे विच लिख देनी है। सो नेक्स्ट इस तो अगला जो क्वेश्चन है, वर्कशीट का नेक्स्ट क्वेश्चन। 2 सिक्कियां नूं इकट्ठे 500 वार उछालन ते, क्वेश्चन नंबर है 9 अज का। 2 सिक्कियां नूं इकट्ठे 500 वार उछालन ते सानू प्राप्त हुंदा है, सानू प्राप्त हुंदा है। की प्राप्त हुंदा है जी? पहली चीज 2 चित 105 वार, 2 चित 105 वार प्राप्त हुई। 1 चित 275 वार, 275 बार, और कोई भी चित्त नहीं एक कितनी बारी होया 120 बार। सो जदों असी 2 सिक्कियां नूं इकट्ठे उछालते हैं, देखो जदों असी 2 सिक्कियां नूं उछालते हैं, एक सिक्का साडे कोल यह है, ਇਹਦਾ इधर हेड आ सकता है या टेल आ सकती है। दूसरा सिक्का जिहड़ा है उसका भी इधर हेड आ सकता है या टेल आ सकती है। एक कॉन्सेप्ट समझा रहा है मैं, और कुछ नहीं कर रहा। इस सिक्के नूं उछालिया, पहले सिक्के नूं फर्स्ट कॉइन नूं या तो हेड आएगा या टेल आएगी। एवं सैकेंड कॉइन नूं उछालिया तो इधर हेड आएगी या टेल आएगी। हुण इन्हां नूं इकट्ठे उछालता सी तां की आएगा, पहले सिक्के ते हेड आ सकता है, दूजे ते भी हेड आ सकता है। पहले सिक्के ते हेड आ सकता है, दूजे सिक्के ते टेल आ सकता है। अच्छा, पहले सिक्के ते टेल आ सकता है, दूजे सिक्के ते हेड आ सकता है, और पहले सिक्के ते टेल आ सकता है, दूजे सिक्के ते भी टेल आ सकता है। हुण जेकर असीं सारिਆਂ ਨੂੰ देखिए तो हेड 2 बारी, मतलब चित्त 2 बारी भी आ सकता है। इत्थे चित्त 1 बारी आया, इस केस च भी चित्त 1 बारी आया, और इत्थे चित्त आया ही नहीं। तो अपने को मैक्सिमम देखो 2 चित्त भी आ सकते हैं,
ਇੱਕ ਚਿੱਤ ਵੀ ਆ ਸਕਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਵੀ ਚਿੱਤ ਨਾ ਆਵੇ। ਤਾਂ ਉਸਨੇ ਜਦੋਂ 1000 ਵਾਰੀ 500 ਵਾਰੀ ਉਛਾਲਿਆ ਸਿੱਕਿਆਂ ਨੂੰ, ਤਾਂ ਦੋ ਚਿੱਤ ਹਰ ਵਾਰੀ, ਮਤਲਬ ਇੱਧਰ ਵੀ ਹੈਡ ਤੇ ਇੱਧਰ ਵੀ ਚਿੱਤ ਤੇ ਉੱਧਰ ਵੀ ਚਿੱਤ 105 ਵਾਰੀ ਆ ਗਏ। ਇੱਕ ਚਿੱਤ ਮਤਲਬ ਆਈਦਰ ਇੱਧਰਲੇ ਪਾਸੇ ਇੱਕ ਚਿੱਤ ਹੋਵੇ ਜਾਂ ਉੱਧਰਲੇ ਪਾਸੇ ਇੱਕ ਚਿੱਤ ਹੋਵੇ। ਉਹ ਕਿੰਨੀ ਵਾਰੀ ਆਇਆ? 275 ਵਾਰੀ। ਔਰ ਕੋਈ ਵੀ ਚਿੱਤ ਨਹੀਂ, ਮਤਲਬ ਦੋਨੋਂ ਪਾਸੇ ਟੇਲ ਆਇਆ ਦੋਨੋਂ ਸਿੱਕਿਆਂ ਦਾ ਉੱਪਰ, ਤਾਂ ਉਹ ਕਿੰਨੀ ਵਾਰੀ ਆਇਆ? 120 ਵਾਰੀ। ਕਹਿੰਦਾ ਇਹਨਾਂ ਸਾਰਿਆਂ ਦੀ, ਇਹਨਾਂ ਵਿੱਚੋਂ ਹਰੇਕ ਘਟਨਾ ਦੇ ਘਟਣ ਦੀ ਸੰਭਾਵਨਾ ਪਤਾ ਕਰੋ। ਅਸੀਂ ਕੀ ਪਤਾ ਕਰਨਾ ਹੈ? ਇਹਨਾਂ ਵਿੱਚੋਂ ਹਰੇਕ ਘਟਨਾ ਦੇ ਘਟਣ ਦੀ ਸੰਭਾਵਨਾ ਪਤਾ ਕਰੋ। ਸੰਭਾਵਨਾ ਅਸੀਂ ਪਤਾ ਕਰੀਏ। ਸਾਨੂੰ ਪਤਾ ਹੈ ਸੋਲੂਸ਼ਨ ਆਪਾਂ ਇੱਧਰ ਕਰ ਦਿੰਦੇ ਹਾਂ ਇਸ ਸਾਈਡ ਤੇ। ਸੰਭਾਵਨਾ ਕਿਸ ਦੇ ਬਰਾਬਰ ਹੁੰਦੀ ਹੈ? ਅਨੁਕੂਲ परिणामों की संख्या बटा कुल संभावी परिणामों की संख्या। तो संभावना मैं हूं सिंपल लिखूंगा सीधा, संभावना दो चित्त आउण दी, दो चित्त आउण दी। अनुकूल परिणाम, अनुकूल कितनी बारी आए? 105 बारी। मैं फॉर्मूला नहीं लिखा तो मैं बड़ी बारी करवा लिया। बटा आप पेपर च फॉर्मूला जरूर लिखना है। अनुकूल परिणाम 105 है बटा कुल परिणाम कितने हैं? कुल परिणाम है 500, क्योंकि 500 बार उछालिया गया सी। और इसकी कटिंग करांगे हुण असीं। 5 ते डिविजिबल है, 5 दूनी 10, 1 ये आया 100। तो 21 बटा 100 साडे कोले की आ गया? दो चित्त आउण दी संभावना की बन गई 21 बटा 100। एवें संभावना एक चित्त आउण दी, संभावना एक चित्त आउण दी, ਇਹ ਕਿਸ ਦੇ ਬਰਾਬਰ ਹੈ? ਇੱਕ ਚਿੱਤ ਦੀ ਸੰਭਾਵਨਾ। ਅਨੁਕੂਲ परिणाम ਇਹ ਕਿੰਨੇ ਹੈ? 275। ਇੱਕ ਚਿੱਤ 275 ਵਾਰੀ ਹੈ ਬਟਾ ਕੁੱਲ परिणाम ਕਿੰਨੇ ਹੈ? 500। ਤਾਂ 275 ਨੂੰ ਮੈਂ 500 ਨਾਲ ਡਿਵਾਈਡ ਕਰੂੰਗਾ। ਜਦੋਂ ਅਸੀਂ ਕਟਿੰਗ ਕਰਦੇ ਆ ਤਾਂ ਇਹ ਗਿਆ 5 5 और ਇਹ ਗਿਆ 5 ਤੇ ਡਿਵਾਈਡ ਹੋ ਕੇ 100। ਤਾਂ ਇਹ ਬਣਿਆ 55 ਬਟਾ 100। ਹੋਰ ਕਟਿੰਗ ਹੁੰਦੀ ਹੈ, ਆਪਾਂ ਦੇਖ ਲੈਂਦੇ ਆ। 11 ਤੇ ਗਿਆ, 5 ਨਾਲ ਡਿਵਾਈਡ ਕਰਾਂਗੇ 11 ਔਰ 5 ਨਾਲ ਡਿਵਾਈਡ ਕਰਾਂਗੇ 20। ਤਾਂ ਇਹ ਆਇਆ 11 ਬਟਾ 20। ਤਾਂ ਸੰਭਾਵਨਾ ਇੱਕ ਚਿੱਤ ਆਉਣ ਦੀ ਕਿੰਨੀ ਹੈ? 11 ਬਟਾ 20। ਮਤਲਬ 20 ਵਾਰੀ ਜੇਕਰ ਤੁਸੀਂ ਸਿੱਕੇ ਉਛਾਲੋਗੇ ਦੋਨਾਂ ਨੂੰ ਇਕੱਠੇ, ਤਾਂ 20 ਚੋਂ 11 ਵਾਰੀ ਕੀ ਆਏਗਾ? ਇੱਕ ਚਿੱਤ ਆਏਗਾ। ਐਂਡ ਨੈਕਸਟ ਇਜ਼ ਸੰਭਾਵਨਾ कोई भी चित्त ना आउण दी। थर्ड पार्ट इस ये भी आप करना है। संभावना कोई भी चित्त नहीं आउण दी, ये किस दे बराबर हुंदी है? अनुकूल परिणाम बटा कुल परिणाम। अनुकूल परिणाम कितने है? 120 बटा कुल परिणाम कितने है? 500। तो 0 नाल 0 की कटिंग, 12 बटा 50 ये 2 से डिवाइड होएगा 6 दूनी 12, 25 दूनी 50। तो 6 बटा 25। तो ਅਸੀਂ कह सकते हैं कोई भी चित्त ना आने की संभावना कितनी है? 6 बटा 25। सो ये क्वेश्चन बड़ा सिंपल सी। ਆਪਾਂ ਨੂੰ ਜੋ ਦਿੱਤਾ ਹੋਇਆ ਸੀ ਉਸ ਦੇ ਵਿੱਚੋਂ ਅਸੀਂ ਹਰੇਕ ਘਟਨਾ ਦੇ ਵਾਪਰਨ ਦੀ ਸੰਭਾਵਨਾ ਪਤਾ ਕਰਤੀ ਹੈ। और इस तो नेक्स्ट क्वेश्चन है जो आज तक 10th क्वेश्चन वर्कशीट का। एक पासा एक बारी सुटिया गया, एक पासा एक बारी सुटिया गया, पासे दे उत्ते एक टांक संख्या आउण दी संभावना। पासे दे उत्ते एक टांक संख्या आउण दी संभावना डैश है। असी एक पासे नूं सुटिया ਤਾਂ ਉਹ ਕਹਿੰਦਾ ਹੈ
कि उस पासे ਦੇ ਉੱਪਰ ਇੱਕ ਟਾਂਕ ਸੰਖਿਆ ਆਵੇ ਉਸ ਦੀ ਕੀ ਸੰਭਾਵਨਾ ਹੈ। ਤਾਂ ਪਹਿਲਾਂ ਆਪਾਂ ਸੰਭਾਵਨਾ ਦਾ ਫਾਰਮੂਲਾ ਲਿਖ ਲੈਂਦੇ ਹਾਂ। ਸੰਭਾਵਨਾ ਕਿਸ ਦੇ ਬਰਾਬਰ ਹੈ, ਇਸ ਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਫਾਰਮੂਲਾ ਲਿਖ ਦਵਾਂ। ਸੰਭਾਵਨਾ ਕਿਸੇ ਵੀ ਇਵੈਂਟ ਦੀ ਬਰਾਬਰ ਹੁੰਦੀ ਹੈ ਅਨੁਕੂਲ परिणामों की संख्या बटा कुल संभावी परिणामों की संख्या। तो जदों असीं एक पासे नूं एक बार सुटते हाँ तो अनुकूल परिणाम टांक संख्या मतलब कुल संभावी परिणाम पहले देखते हैं किहड़े-किहड़े हो सकते हैं। आइदर एक आ सकता है ऊपर, या ऊपर 2 आ सकता है, या 3 आ सकता है, या 4 या 5 या 6। हुण अनुकूल परिणाम किहड़े-किहड़े, वो कहते टांक संख्या होवे। अनुकूल परिणाम टांक संख्या, टांक संख्यावां किहड़ियां-किहड़ियां ने, एक ए पई है, 1 3 ते 5, ये 2 ते डिवाइड नहीं हुंदियां, ये किहड़ियां ने टांक संख्यावां ने। किन्नियां ने 1 2 ते 3। तो मैं लिखूंगा 3 अनुकूल परिणाम हो गए 3 बटा कुल परिणामों की कुल संभावी परिणामों की संख्या वो कितनी है 1 2 3 4 5 6 तो 6 3 बटा 6 कटिंग करते हैं 3 एकम 3 3 दूनी 6 साडे कोल की आंसर आ गया 1 बटा 2। सो एक पासे नूं जदों एक बारी सुटिया गया पासे दे उत्ते एक टांक संख्या आउण दी संभावना कितनी बन गई, असीं आंसर च लिख दांगे 1 बटा 2। 1 बटा 2 है। सो इस तो नेक्स्ट अगला क्वेश्चन क्वेश्चन है घटना ई की संभावना प्लस घटना नहीं ई दी संभावना बराबर हुंदी है 1। कि यह सही है या गलत है। तो यह आप पहला कर चुके हैं कि घटना ई दी संभावना किसी भी घटना के वापरन की संभावना प्लस उस घटना के वापरन की ना वापरन की संभावना दोनों का जो असीं ऐड करते हैं तो की आंदा है हमेशा 1 आंदा है। तो असीं कहांगे जी बिल्कुल ये सही है कि किसी भी घटना की संभावना प्लस उस घटना के ना होने की संभावना हमेशा 1 के बराबर होंदी है। यह साडा बेसिक सी जो असीं पहला कीता होया है। सो आई थिंक तुहानूं वर्कशीट के क्वेश्चन क्लीयर हो गए होने हैं। इन्हां क्वेश्चन की प्रैक्टिस करांगे तो सानूं काफ़ी जो है इस चैप्टर के बेसिक साडे माइंड च क्लीयर हो जाएंगे। सो थैंक यू वेरी मच।